हाँ जी स्टूडेंट्स, ਅੱਜ ਆਪਾਂ ਜਿਹੜਾ ਟੌਪਿਕ ਫਸਟ ਚੈਪਟਰ ਆਪਾਂ ਕਰ ਲਿਆ, ਅੱਜ ਅਸੀਂ ਸੈਕੰਡ ਚੈਪਟਰ ਸ਼ੁਰੂ ਕਰਾਂਗੇ। ਪ੍ਰਿੰਸੀਪਲ ਆਫ ਮੈਕਸਿਮਮ ਸੋਸ਼ਲ ਐਡਵਾਂਟੇਜ, ਅਧਿਕਤਮ ਸਮਾਜਿਕ ਲਾਭ ਦਾ ਸਿਧਾਂਤ। ਇਹ ਜਿਹੜਾ ਲਾਅ ਹੈ ਇਹ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਤੇ ਦੂਸਰਾ ਇਹ ਤੁਹਾਡੇ ਸਿਲੇਬਸ ਵਾਸਤੇ ਵੀ, ਠੀਕ ਹੈ, ਇਹ ਕੁਐਸਚਨ ਤੁਹਾਨੂੰ ਪੂਰੇ ਦਾ ਪੂਰਾ ਆ ਜਾਂਦਾ ਹੁੰਦਾ। ਤੇ ਦੂਸਰਾ ਇਹ ਇਕਨੋਮਿਕਸ ਦਾ ਜਾਂ ਅਰਥਸ਼ਾਸਤਰ ਦਾ ਜਾਂ ਪਬਲਿਕ ਫਾਈਨਾਂਸ ਦਾ ਜਦੋਂ ਅਸੀਂ ਗੱਲ ਕਰੀਏ, ਸਰਵਜਨਿਕ ਵਿੱਤ ਦਾ ਵੀ ਇਹ ਇੱਕ ਇੰਪੋਰਟੈਂਟ ਲਾਅ ਹੈ ਤੇ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਠੀਕ ਹੈ। ਆਬਜੈਕਟਿਵ ਕੀ ਹੈ ਇਹਦਾ? ਆਬਜੈਕਟਿਵ ਹੈ ਟੂ ਅਚੀਵ ਮੈਕਸਿਮਮ ਸੋਸ਼ਲ ਐਡਵਾਂਟੇਜ ਜਾਂ ਅਧਿਕਤਮ ਸਮਾਜਿਕ ਲਾਭ ਜਿਹੜਾ ਉਹ ਪ੍ਰਾਪਤ ਕਰਨਾ। ਇਹ ਦਿੱਤਾ ਕਿਹਨੇ ਆਪਾਂ ਨੂੰ? ਡਾਕਟਰ ਡੈਲਟਨ ਨੇ ਤੇ ਪਿਗੂ ਨੇ। ਦੋਨਾਂ ਨੇ ਅਲੱਗ-ਅਲੱਗ ਆਪਣੇ ਆਪਣੇ ਵਿਚਾਰ ਦਿੱਤੇ ਆ, ਠੀਕ ਹੈ। ਤਾਂ ਇਸੇ ਕਰਕੇ ਇਹਨੂੰ ਫਿਰ ਡਾਕਟਰਿਨ ਆਫ ਡੈਲਟਨ ਔਰ ਪਿਗੂ ਵੀ ਬੋਲਦੇ, ਠੀਕ ਹੈ। ਤਾਂ ਇਸ ਤੋਂ ਬਾਅਦ ਫਿਰ ਇਹ ਜਿਹੜਾ ਮੇਨ ਚੀਜ਼ ਜਿਹਦੇ ਤੇ ਬੇਸਡ ਹੈ, ਇਹ ਕੀ ਸੋਚ ਕੇ, ਕਿਉਂਕਿ ਆਪਣੇ ਕੋਲੇ ਜਦੋਂ ਆਪਾਂ ਸਰਵਜਨਿਕ ਵਿੱਤ ਦੀ ਗੱਲ ਕਰਦੇ ਆ ਤਾਂ ਸਰਵਜਨਿਕ ਵਿੱਤ ਵਿੱਚ ਆਪਣੇ ਕੋਲੇ ਖਰਚ, ਆਮਦਨ ਆ ਜਾਂਦੀ ਹੈ, ਠੀਕ ਹੈ। ਜਾਂ ਤੁਸੀਂ ਬੋਲਦੇ ਹੋ ਰੈਵਨਿਊ, ਰੈਵਨਿਊ ਆ ਜਾਂਦਾ ਆਪਣੇ ਕੋਲੇ ਤੇ ਨਾਲ ਆ ਜਾਂਦਾ ਹੈ ਖਰਚ। ਉਹ ਕੀ ਹੁੰਦਾ ਹੈ? ਐਕਸਪੈਂਡੀਚਰ। ਦੋ ਆਪਣੇ ਕੋਲੇ ਜਿਹੜੇ ਪੁਆਇੰਟ ਹੈ ਇਹ ਆ ਜਾਂਦੇ, ਠੀਕ ਹੈ। ਤਾਂ ਆਮਦਨ ਦੇ ਵਿੱਚ ਮੇਨਲੀ ਸਰਕਾਰ ਦੀ ਆਮਦਨ ਦਾ ਸੋਰਸ ਕੀ ਹੁੰਦਾ? ਟੈਕਸ ਹੁੰਦਾ। ਹਰ ਇੱਕ ਬੰਦੇ ਨੂੰ ਜਿਹੜਾ ਟੈਕਸ ਹੈ ਉਹ ਦੇਣਾ ਬਹੁਤ ਔਖਾ ਲੱਗਦਾ। ਟੈਕਸ ਇੱਕ ਹਿਸਾਬ ਦਾ ਅਸੀਂ ਟੈਕਸ ਪੇ ਕਰਦੇ ਆ ਤਾਂ ਇੱਕ ਹਿਸਾਬ ਦਾ ਅਸੀਂ ਕੀ ਕਰਦੇ ਆ? ਤਿਆਗ ਹੀ ਕਰਦੇ, ਠੀਕ ਹੈ। ਤਾਂ ਜਦੋਂ ਅਸੀਂ ਟੈਕਸ ਪੇ ਕਰ ਦਿੰਨੇ ਆ ਤਾਂ ਟੈਕਸ ਸਰਕਾਰ ਕੋਲੇ ਚਲਾ ਜਾਂਦਾ ਹੈ, ਸਰਕਾਰ ਦੀ ਆਮਦਨ ਬਣ ਜਾਂਦੀ ਹੈ ਤੇ ਉਸ ਆਮਦਨ ਨੂੰ ਸਰਕਾਰ ਫਿਰ ਕੀ ਕਰਦੀ ਹੈ? ਖਰਚ ਕਰਦੀ ਹੈ। ਖਰਚ ਕਾਹਦੇ ਵਾਸਤੇ ਕਰਦੀ ਹੈ? ਸਾਡੇ ਬੈਨੀਫਿਟ ਵਾਸਤੇ ਕਰਦੀ ਹੈ। ਤਾਂ ਸਾਨੂੰ ਜਦੋਂ ਵੀ ਸਰਕਾਰ ਖਰਚ ਕਰਦੀ ਹੈ ਉਹਦੇ ਤੋਂ ਇੱਕ ਯੂਟਿਲਿਟੀ ਮਿਲਦੀ ਹੈ ਜਾਂ ਬੈਨੀਫਿਟ ਅਸੀਂ ਉਹਦੇ ਤੋਂ ਕੀ ਕਰਦੇ ਹਾਂ? ਰਿਸੀਵ ਕਰਦੇ ਹਾਂ। ਤਾਂ ਕਈ ਵਾਰੀ ਸਾਡੇ ਦਿਮਾਗ 'ਚ ਇਹ ਗੱਲ ਬਣ ਜਾਂਦੀ ਹੈ ਕਿ ਜਿਹੜਾ ਟੈਕਸ ਹੈ ਉਹ ਮਾੜਾ ਹੈ ਤੇ ਜਿਹੜਾ ਸਰਕਾਰ ਸਾਡੇ ਤੇ ਖਰਚ ਕਰ ਰਹੀ ਹੈ ਉਹਦੇ ਬੈਨੀਫਿਟਸ ਹੈ, ਉਹਦੀ ਯੂਟਿਲਿਟੀਜ਼ ਹੈ, ਉਹ ਚੰਗਾ ਹੈ। ਪਰ ਡੈਲਟਨ ਨੇ ਤੇ ਪਿਗੂ ਨੇ ਇਹ ਵਿਚਾਰ ਰੱਖਿਆ ਕਿ ਨਾਈਦਰ ਐਵਰੀ ਟੈਕਸ ਇਜ਼ ਐਨ ਇਵਲ। ਹਰ ਇੱਕ ਟੈਕਸ ਮਾੜਾ ਜਾਂ ਬੁਰਾ ਨਹੀਂ ਹੁੰਦਾ। ਨॉर ਐਵਰੀ ਐਕਸਪੈਂਡੀਚਰ ਇਜ਼ ਗੁੱਡ, ਤੇ ਹਰ ਇੱਕ ਖਰਚ ਵੀ ਚੰਗਾ ਨਹੀਂ ਹੁੰਦਾ। ਕੁਝ ਟੈਕਸ ਜਿਹੜਾ ਕੁਝ ਹੱਦ ਤੱਕ ਜਿਹੜਾ ਟੈਕਸ ਹੈ ਉਹ ਬੈਨੀਫੀਸ਼ੀਅਲ ਹੁੰਦਾ ਹੈ, ਚੰਗਾ ਹੁੰਦਾ ਹੈ। ਤੇ ਉਹ ਇਸੇ ਤਰ੍ਹਾਂ ਹੀ ਕੁਝ ਹੱਦ ਤੱਕ ਜਿਹੜੇ ਖਰਚ ਹੈ ਉਹ ਚੰਗੇ ਹੁੰਦੇ ਆ ਤੇ ਇੱਕ ਹੱਦ ਤੋਂ ਬਾਅਦ ਫਿਰ ਜ਼ਿਆਦਾ ਖਰਚ ਵੀ ਕੀ ਹੋ ਜਾਂਦਾ? ਮਾੜਾ ਹੋ ਜਾਂਦਾ, ਠੀਕ ਹੈ। ਤਾਂ ਫਿਰ ਇਸੇ ਕਰਕੇ ਉਹ ਕੀ ਕਹਿੰਦੇ ਆ ਵੀ ਜਿਹੜਾ ਸਾਡਾ ਟੈਕਸ ਹੈ ਤੇ ਜਾਂ ਐਕਸਪੈਂਡੀਚਰ, ਟੈਕਸ ਹੈ ਤੇ ਜਾਂ ਖਰਚ ਹੈ, ਠੀਕ ਹੈ, ਉਹਦੇ ਵਿੱਚ ਇੱਕ ਬੈਲੈਂਸ ਹੋਣਾ ਚਾਹੀਦਾ। ਨਾ ਜ਼ਿਆਦਾ ਟੈਕਸ ਹੋਣਾ ਚਾਹੀਦਾ ਹੈ ਤੇ ਨਾ ਜ਼ਿਆਦਾ ਖਰਚ ਹੋਣਾ ਚਾਹੀਦਾ ਹੈ। ਸਰਕਾਰ ਨੂੰ ਇੱਕ ਬੈਲੈਂਸ ਬਣਾ ਕੇ, ਇੱਕ ਬੈਲੈਂਸ ਦੀ ਨੀਤੀ ਦੇ ਥਰੂ ਕੀ ਹੈ? ਖਰਚ ਕਰਨਾ ਚਾਹੀਦਾ। ਤਾਂ ਇਹ ਬੈਲੈਂਸ ਕਿਵੇਂ ਬਣਾਉਣਾ? ਸਰਕਾਰ ਨੇ ਕਿਵੇਂ ਟੈਕਸ ਲਾਉਣੇ, ਕਿੰਨਾ ਟੈਕਸ ਲਾਉਣਾ ਹੈ ਤੇ ਕਿੰਨਾ ਖਰਚ ਕਰਨਾ ਹੈ, ਠੀਕ ਹੈ। ਇਹਦੇ ਵਾਸਤੇ ਜਿਹੜਾ ਆਪਣੇ ਕੋਲੇ ਪ੍ਰਿੰਸੀਪਲ ਆਫ ਮੈਕਸਿਮਮ ਸੋਸ਼ਲ ਐਡਵਾਂਟੇਜ ਹੈ ਉਹ ਇੱਕ ਗਾਈਡਿੰਗ ਪ੍ਰਿੰਸੀਪਲ ਹੈ ਜਾਂ ਉਹ ਕੀ ਹੈ? ਇੱਕ ਮਾਰਗਦਰਸ਼ਕ ਹੈ, ਠੀਕ ਹੈ। ਤਾਂ ਇਹ ਜੋ ਵੀ ਅਸੀਂ ਪਬਲਿਕ ਫਾਈਨਾਂਸ ਦੇ ਅੰਡਰ ਆਪਰੇਸ਼ਨਸ ਕਰਦੇ ਆ, ਠੀਕ ਹੈ, ਜਾਂ ਜੋ ਵੀ ਕਾਰਜ ਦੇ ਅੰਡਰ ਹੁੰਦੇ ਆ, ਸਰਕਾਰ ਟੈਕਸ ਲਾਉਂਦੀ ਹੈ, ਐਕਸਪੈਂਡੀਚਰ ਕਰਦੀ ਹੈ, ਠੀਕ ਹੈ। ਤਾਂ ਉਹ ਕਿਵੇਂ ਕਰਨੇ ਹੈ ਤੇ ਕਿੰਨੇ ਕਿੰਨੇ ਕਰਨੇ, ਕਿੰਨਾ ਟੈਕਸ ਲਾਉਣਾ ਹੈ ਤੇ ਕਿੰਨਾ ਖਰਚ ਕਰਨਾ ਹੈ, ਉਹ ਪ੍ਰਿੰਸੀਪਲ ਆਫ ਮੈਕਸਿਮਮ ਸੋਸ਼ਲ ਐਡਵਾਂਟੇਜ ਉਹਦੇ ਵਿੱਚ ਸਾਨੂੰ ਕੀ ਕਰਦਾ ਹੈ? ਸਹਾਇਕ ਹੁੰਦਾ ਹੈ ਜਾਂ ਸਾਨੂੰ ਸਹੀ ਤਰੀਕਾ ਦੱਸਦਾ ਹੈ ਕਿ ਕਿੰਨਾ ਖਰਚ ਹੋਣਾ ਚਾਹੀਦਾ ਹੈ ਜਾਂ ਕਿੰਨੇ ਟੈਕਸ ਲੱਗਣੇ ਚਾਹੀਦੇ ਆ। ਇਹਦੀ ਫਿਰ ਆਪਣੇ ਕੋਲੇ ਜਿਹੜੀ ਡੈਫੀਨੇਸ਼ਨ ਹੈਗੀ ਹੈ ਜੀ, ਉਹ ਹੈਗੀ ਹੈ ਸਰਵਜਨਿਕ ਵਿੱਤ ਦੀ ਸਭ ਤੋਂ ਚੰਗੀ ਪ੍ਰਣਾਲੀ ਉਹ ਹੈ ਜਿਸ ਦੇ ਅਨੁਸਾਰ ਰਾਜ ਆਪਣੇ ਕੰਮ ਦੁਆਰਾ ਵੱਧ ਤੋਂ ਵੱਧ ਸਮਾਜਿਕ ਲਾਭ ਪ੍ਰਾਪਤ ਕਰਦਾ ਹੈ, ਠੀਕ ਹੈ। ਤਾਂ ਸਰਵਜਨਿਕ ਵਿੱਤ ਦੀ ਸਭ ਤੋਂ ਚੰਗੀ ਪ੍ਰਣਾਲੀ ਉਹ ਹੈ ਜਿਸ ਦੇ ਅਨੁਸਾਰ ਰਾਜ ਆਪਣੇ ਕੰਮਾਂ ਦੁਆਰਾ ਵੱਧ ਤੋਂ ਵੱਧ ਸਮਾਜਿਕ ਲਾਭ ਪ੍ਰਾਪਤ ਕਰਦਾ ਹੈ। ਤਾਂ ਉਹੀ ਜਿਹੜੀ ਹੈ ਨੀਤੀ ਸਭ ਤੋਂ ਚੰਗੀ ਹੋਊਗੀ ਜਦੋਂ ਸਾਨੂੰ ਕੀ ਹੋਊਗਾ? ਵੱਧ ਤੋਂ ਵੱਧ ਲਾਭ ਹੋ ਜਾਊਗਾ, ਸਮਾਜਿਕ ਲਾਭ ਅਸੀਂ ਪ੍ਰਾਪਤ ਕਰਾਂਗੇ ਤਾਂ, ਠੀਕ ਹੈ।
The best system for public finance is that which squares maximum social advantage from its operations it conduct. ਤਾਂ ਉਹੀ ਪੁਆਇੰਟ ਹੈ ਕਿ ਉਹੀ ਬੈਸਟ ਹੈ ਜਿਹਦੇ ਨਾਲ ਮੈਕਸਿਮਮ ਸੋਸ਼ਲ ਐਡਵਾਂਟੇਜ ਅਚੀਵ ਕੀਤੀ ਜਾ ਸਕਦੀ ਹੈ। ਫਿਰ ਆਪਣਾ ਜਿਹੜਾ ਲਾਅ ਹੈ ਇਹ ਕੁਝ ਅਜ਼ੰਪਸ਼ਨਸ ਤੇ ਜਾਂ ਅਸੀਂ ਅੱਗੇ ਵੀ ਜਦੋਂ ਮਾਈਕਰੋ ਇਕਨੋਮਿਕਸ ਕਰਦੇ ਸੀ ਫਰਸਟ ਸਮੈਸਟਰ ਵਿੱਚ ਉੱਥੇ ਜਾਂ ਸੈਕੰਡ ਸਮੈਸਟਰ ਵਿੱਚ ਮੈਕਰੋ ਕੀਤੀ ਹੈ ਤਾਂ ਉੱਥੇ ਵੀ ਕੀ ਹੈ ਅਸੀਂ ਮਾਨਤਾਵਾਂ ਕਰਦੇ ਹਾਂ, ਠੀਕ ਹੈ, ਜਾਂ ਅਸੀਂ ਮਾਨਤਾਵਾਂ ਨੂੰ ਇੰਗਲਿਸ਼ 'ਚ ਕੀ ਬੋਲਦੇ ਹੋ assumptions, ਠੀਕ ਹੈ। ਤਾਂ ਅਸੀਂ ਹਮੇਸ਼ਾ ਕੋਈ ਲਾਅ ਹੈ ਤਾਂ ਉਸ ਲਾਅ ਦੀਆਂ ਕੀ ਹੁੰਦੀਆਂ assumptions ਹੁੰਦੀਆਂ, ਠੀਕ ਹੈ, ਜਾਂ ਮਾਨਤਾਵਾਂ ਹੁੰਦੀਆਂ, ਠੀਕ ਹੈ। assumptions ਮੇਨਲੀ ਦੱਸਦੀਆਂ ਕਿ ਕਿਹੜੀਆਂ ਕੰਡੀਸ਼ਨਸ ਦੇ ਵਿੱਚ ਇਹ ਲਾਅ ਹੈ ਜਿਹੜਾ ਲਾਗੂ ਹੋਊਗਾ, ਠੀਕ ਹੈ। ਤਾਂ ਸਭ ਤੋਂ ਪਹਿਲੀ ਜਿਹੜੀ ਅਜ਼ੰਪਸ਼ਨ ਹੈ ਉਹ ਇਹ ਹੈ ਕਿ ਕਰ ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਹਨ। ਤਾਂ ਜਾਂ ਟੈਕਸਸ ਆਰ ਦਾ ਮੇਜਰ ਸੋਰਸਸ ਆਫ ਗਵਰਨਮੈਂਟ ਇਨਕਮ। ਜਿਹੜੇ ਟੈਕਸ ਹੈ ਪਹਿਲੀ ਕੀ ਹੈ, ਟੈਕਸ ਕੀ ਹੈ ਮੇਨ ਸੋਰਸ ਆਫ ਇਨਕਮ ਹੈ, ਠੀਕ ਹੈ। ਇਨਕਮ ਹੈ ਜਾਂ ਰੈਵਨਿਊ ਹੈ, ਆਮਦਨ ਦਾ ਮੇਨ ਸਾਧਨ, ਠੀਕ ਹੈ, ਮੁੱਖ ਸਾਧਨ ਹੈ ਜਿਹੜੇ ਟੈਕਸ ਹੈ। ਦੂਸਰੇ ਨੰਬਰ ਤੇ ਜਿਹੜੀ ਅਜ਼ੰਪਸ਼ਨ ਹੈਗੀ ਆ ਉਹ ਹੈਗੀ ਹੈ ਜੀ ਘਟਦੇ ਸੀਮਾਂਤ ਸਮਾਜਿਕ ਲਾਭ ਦਾ ਸਿਧਾਂਤ ਸਰਵਜਨਿਕ ਖਰਚ ਤੇ ਲਾਗੂ ਹੁੰਦਾ ਹੈ। ਘਟਦੇ ਸੀਮਾਂਤ ਸਮਾਜਿਕ ਲਾਭ ਦਾ ਸਿਧਾਂਤ ਜਾਂ ਤੁਸੀਂ ਇੰਗਲਿਸ਼ 'ਚ ਬੋਲਦੇ ਹੋ law of diminishing marginal social advantage, law of diminishing marginal social advantage, marginal social advantage। ਅੱਛਾ ਤੁਸੀਂ ਬੁੱਕ ਤੋਂ ਇਹ ਦਿੱਤਾ ਹੋਇਆ ਪੂਰਾ ਲਿਖਿਆ ਹੋਇਆ ਉੱਥੋਂ ਤੁਸੀਂ ਪੂਰਾ ਹੀ ਯਾਦ ਕਰਨਾ ਹੈ। law of diminishing marginal social advantage applies on की public on the public expenditure, on the ਜੇ ਆਪਾਂ ਸ਼ਾਰਟ ਫਾਰਮ ਚ ਵੀ ਲਿਖ ਲਓ ਪਬਲਿਕ ਐਕਸਪੈਂਡੀਚਰ, ਠੀਕ ਹੈ। ਤਾਂ ਕਰਾਂ ਉੱਤੇ ਵੱਧਦੀ ਸਮਾਜਿਕ ਅਨੁਪਯੋਗਤਾ ਲਾਗੂ ਹੁੰਦੀ ਹੈ, ਠੀਕ ਹੈ। ਤੇ ਇਹਦਾ ਮਤਲਬ ਕੀ ਹੈ, law of diminishing marginal social advantage applies on public expenditure, ਠੀਕ ਹੈ। ਤਾਂ ਉਹ ਹੈ ਕਿ ਘਟਦੇ ਸਮਾਜਿਕ ਲਾਭ ਦਾ ਸਿਧਾਂਤ ਸਰਵਜਨਿਕ ਖਰਚ ਤੇ ਲਾਗੂ ਹੁੰਦਾ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਜਿਵੇਂ ਜਿਵੇਂ ਸਾਡਾ ਜਿਹੜਾ ਖਰਚ ਹੈ ਜਾਂ ਪਬਲਿਕ ਐਕਸਪੈਂਡੀਚਰ ਹੈ ਜਾਂ ਤੁਸੀਂ ਕਹਿ ਲਓ ਖਰਚ ਹੈ ਉਹਨੇ ਵਧਣਾ ਹੈ ਤਾਂ ਉਹਦੇ ਤੋਂ ਜਿਹੜੀ ਮਿਲਣ ਵਾਲੀ ਆਪਾਂ ਨੂੰ ਸਮਾਨ ਸੋਸ਼ਲ ਐਡਵਾਂਟੇਜ ਹੈ, ਮਾਰਜਨਲ ਸੋਸ਼ਲ ਜਿਹੜੀ ਐਡਵਾਂਟੇਜ ਹੈ ਉਹਨੇ ਕੀ ਕਰਨਾ ਹੈ ਘੱਟ ਹੋਣਾ। ਜਿਵੇਂ ਜਿਵੇਂ ਪਬਲਿਕ ਐਕਸਪੈਂਡੀਚਰ ਜਾਂ ਖਰਚ ਵਧੂਗਾ, ਠੀਕ ਹੈ, ਸਰਕਾਰ ਦੁਆਰਾ, ਉਵੇਂ ਉਵੇਂ ਜਿਹੜਾ ਉਹਦੇ ਤੋਂ ਮਿਲਣ ਵਾਲਾ ਸਾਨੂੰ ਮਾਰਜਨਲ ਸੋਸ਼ਲ ਐਡਵਾਂਟੇਜ ਹੈ ਜਾਂ ਸੀਮਾਂਤ ਸਮਾਜਿਕ ਲਾਭ ਹੈ ਉਹ ਕੀ ਹੈ ਉਹਨੇ ਘਟਣਾ ਹੈ, ਠੀਕ ਹੈ। ਤੇ ਤੀਜੀ ਆਪਣੇ ਕੋਲੇ ਕੀ ਹੈ, ਤੀਜੀ ਹੈ ਜੀ ਟੈਕਸਸ ਆਰ ਸਬਜੈਕਟ ਟੂ ਇਨਕਰੀਜ਼ਿੰਗ ਮਾਰਜਨਲ ਸੋਸ਼ਲ ਡਿਸਯੂਟਿਲਿਟੀ। Taxes are subject to increasing marginal social utility, ठीक है। ਪੰਜਾਬੀ ਵਿੱਚ ਕਰਾਂ ਉੱਤੇ ਵੱਧਦੇ ਸਮਾਜਿਕ ਅਨੁਪਯੋਗਤਾ ਲਾਗੂ ਹੁੰਦੀ ਹੈ, ਠੀਕ ਹੈ। ਇਨਕਰੀਜ਼ਿੰਗ ਮਾਰਜਨਲ ਸੋਸ਼ਲ ਯੂਟਿਲਿਟੀ ਕਿ ਜਿਵੇਂ ਜਿਵੇਂ ਕਰ ਵਧੀ ਜਾਣਗੇ, ਠੀਕ ਹੈ, ਉਹਦੇ ਤੋਂ ਜਿਹੜਾ ਸਾਡਾ ਸੈਕਰੀਫਾਈਸ ਹੈ ਉਹ ਕੀ ਕਰਨਾ ਹੈ ਉਹਨੇ ਵਧੀ ਜਾਣਾ ਹੈ, ਠੀਕ ਹੈ। ਤਾਂ ਸਾਡੀ ਯੂਟਿਲਿਟੀ ਜਿਹੜੀ ਕੀ ਹੈ ਉਹ ਕੀ ਹੋਈ ਜਾਣੀ ਹੈ ਸੋਸ਼ਲ ਯੂਟਿਲਿਟੀ ਨਹੀਂ, ਡਿਸਯੂਟਿਲਿਟੀ ਜਿਹੜੀ ਹੈ ਉਹਨੇ ਕੀ ਕਰਨਾ ਹੈ
ਜਿਵੇਂ ਜਿਵੇਂ ਟੈਕਸ ਵਧਣਗੇ ਤਾਂ ਸੋਸ਼ਲ ਡਿਸਯੂਟਿਲਿਟੀ ਨੇ ਕੀ ਕਰਨਾ, ਇਨਕਰੀਜ਼ ਕਰਨਾ। ਠੀਕ ਹੈ, ਇਹ ਤਿੰਨ ਆਪਣੇ ਕੋਲੇ ਮਾਨਤਾਵਾਂ ਹੈਗੀਆਂ। ਫਿਰ ਆਪਣੇ ਕੋਲੇ ਕੰਡੀਸ਼ਨਸ ਹੈਗੀਆਂ, ਜਾਂ ਤੁਸੀਂ ਬੋਲਦੇ ਹੋ ਅਧਿਕਤਮ ਸਮਾਜਿਕ ਲਾਭ ਦੀਆਂ ਸ਼ਰਤਾਂ। ਅਧਿਕਤਮ ਸਮਾਜਿਕ ਲਾਭ ਦੀਆਂ ਸ਼ਰਤਾਂ। ਕੰਡੀਸ਼ਨਸ ਜਾਂ ਆਪਣੇ ਕੋਲੇ ਅੱਗੇ ਆ ਜਾਂਦੀਆਂ ਹੈਗੀਆਂ ਜੀ ਕੰਡੀਸ਼ਨਸ। ਕੰਡੀਸ਼ਨਸ ਆਫ ਕੀ ਹੈ, ਮੈਕਸਿਮਮ ਸੋਸ਼ਲ ਐਡਵਾਂਟੇਜ। ਮੈਕਸਿਮਮ ਸੋਸ਼ਲ ਐਡਵਾਂਟੇਜ, ਇਹ ਫੁੱਲ ਫਾਰਮ ਤੁਸੀਂ ਫੁੱਲ ਫਾਰਮ ਹੀ ਲਿਖਣੀ ਹੈ। ਠੀਕ ਹੈ, ਜਦੋਂ ਵੀ ਪੇਪਰ 'ਚ ਲਿਖੋਗੇ ਕੰਡੀਸ਼ਨਸ ਆਫ ਮੈਕਸਿਮਮ ਸੋਸ਼ਲ ਐਡਵਾਂਟੇਜ ਜਾਂ ਅਧਿਕਤਮ ਸਮਾਜਿਕ ਲਾਭ ਦੀਆਂ ਕੰਡੀਸ਼ਨਸ ਦਾ ਭਾਵ ਹੁੰਦਾ ਹੈ ਸ਼ਰਤਾਂ। ਠੀਕ ਹੈ, ਤਾਂ ਸ਼ਰਤਾਂ ਆਪਣੇ ਕੋਲੇ ਕਿਹੜੀਆਂ ਹੈਗੀਆਂ, ਤਿੰਨ ਸ਼ਰਤਾਂ। ਠੀਕ ਹੈ, ਪਹਿਲਾ ਕੀ ਹੈ ਕਿ social benefit from the rupees spent on public expenditure, marginal social benefit, ठीक है, rupees spent on marginal social benefit on public expenditure should be equal to the sacrifice from the last rupee collected by way of tax। मैं पहला भी दसिया सी कि खर्च के थ्रू सानू की मिलते हैं, बेनिफिट्स मिलते हैं। जो भी सरकार खर्च करती है, ठीक है, ਜਾਂ एक्सपेंडिचर करती है तो उतों सानू की मिलते हैं, बेनिफिट्स ਜਾਂ लाभ मिलते हैं। तो जो सरकार साथों की करती है, टैक्स लैंदी है, तो टैक्स लैन नाल फिर की हुंदा, असीं त्याग करते हैं, सैक्रीफाइस करते हैं। ठीक है, असीं सैक्रीफाइस करते हैं। तो जिहड़ा साडा सैक्रीफाइस है ਉਹਦੇ ਵਿੱਚ ਫਿਰ ਕੀ ਆ ਜਾਂਦਾ, ਫਰਮ ਦਾ ਲਾਸਟ ਰੁਪੀ ਕਲੈਕਟਡ। ਤਾਂ ਜੋ ਅਸੀਂ ਲਾਸਟ ਰੁਪੀ ਸਪੈਂਡ ਕਰ ਰਹੇ ਹਾਂ ਤੇ ਸਾਨੂੰ ਬੈਨੀਫਿਟ ਮਿਲ ਰਿਹਾ, ਉਹ ਕਿਹਦੇ ਬਰਾਬਰ ਹੋਣਾ ਚਾਹੀਦਾ, ਜਿਹੜਾ ਲਾਸਟ ਰੁਪੀ ਅਸੀਂ ਕਿਹਦਾ ਕਲੈਕਟ ਕਰ ਰਹੇ ਹਾਂ, ਇਹਦਾ ਸੈਕਰੀਫਾਈਸ ਦਾ ਜਿਹੜਾ ਤੁਸੀਂ ਲਾਸਟ ਰੁਪੀ ਕਲੈਕਟ ਕਰ ਰਹੇ ਹੋ ਉਹਦਾ ਜਿਹੜਾ ਬੈਨੀਫਿਟ ਹੈ ਉਹ ਤੁਹਾਨੂੰ ਕੀ ਹੋਣਾ ਚਾਹੀਦਾ ਹੈ, ਇਹਨਾਂ ਤੇ ਜੋ ਲਾਸਟ ਰੁਪੀ ਸਪੈਂਡ ਕਰ ਰਹੇ ਹੋ ਬੈਨੀਫਿਟ ਤੇ ਜਿਹੜਾ ਲਾਸਟ ਰੁਪੀ ਸੈਕਰੀਫਾਈਸ ਹੋ ਰਿਹਾ, ਠੀਕ ਹੈ, ਦੋਨੇ ਕੀ ਹੋਣੇ ਚਾਹੀਦੇ, ਬਰਾਬਰ ਹੋਣੇ ਚਾਹੀਦੇ। ਠੀਕ ਹੈ, ਸਰਵਜਨਿਕ ਖਰਚ ਤੇ ਖਰਚ ਕੀਤੇ ਗਏ ਰੁਪਈਏ ਤੋਂ ਸਮਾਜਿਕ ਲਾਭ ਉਸ ਤਿਆਗ ਦੇ ਬਰਾਬਰ ਹੋਣਾ ਚਾਹੀਦਾ ਹੈ ਜੋ ਕਰ ਦੇ ਰੂਪ ਵਿੱਚ ਇਕੱਠੇ ਅੰਤਿਮ ਰੁਪਏ ਦੇ ਤਿਆਗਣ ਤੋਂ ਹੁੰਦਾ ਹੈ। ਠੀਕ ਹੈ, ਜਿਹੜਾ ਅੰਤਿਮ ਰੁਪਈਆ ਤਿਆਗੋਗੇ ਤੇ ਜਿਹੜਾ ਅੰਤਿਮ ਰੁਪਈਆ ਕੀ ਹੋਊਗਾ, ਖਰਚ ਹੋਊਗਾ, ਦੋਨਾਂ ਨੂੰ ਕੀ ਹੋਣਾ ਚਾਹੀਦਾ, ਬਰਾਬਰ ਹੋਣਾ ਚਾਹੀਦਾ। ਠੀਕ ਹੈ, ਲਾਭ ਤੇ ਸੈਕਰੀਫਾਈਸ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲੇ ਹੈ ਕਿ ਸਰਵਜਨਿਕ ਖਰਚ ਵਿਭਿੰਨ ਸਕੀਮਾਂ ਤੇ ਵਿੱਚ ਇਸ ਤਰ੍ਹਾਂ ਵੰਡਣਾ ਚਾਹੀਦਾ ਹੈ ਕਿ ਇਹਨਾਂ ਵਿਭਿੰਨ ਸਕੀਮਾਂ ਤੇ ਕੀਤੇ ਗਏ ਖਰਚ ਅੰਤਿਮ ਰੁਪਏ ਤੋਂ ਪ੍ਰਾਪਤ ਲਾਭ ਬਰਾਬਰ ਹੋਵੇ। ਠੀਕ ਹੈ, ਆਪਣੇ ਕੋਲੇ ਫਿਰ ਇਹ ਤਾਂ ਆਪਣੇ ਕੋਲੇ ਸੀ ਅਸੀਂ ਖਰਚ ਕਰ ਰਹੇ ਹਾਂ ਤੇ ਉਧਰੋਂ ਅਸੀਂ ਕੀ ਕਰ ਰਹੇ ਹਾਂ, ਟੈਕਸ ਕਰ ਰਹੇ ਹਾਂ। ਠੀਕ ਹੈ, ਤਾਂ ਪਬਲਿਕ ਐਕਸਪੈਂਡੀਚਰ ਸ਼ੁੱਡ ਬੀ ਸੋ ਡਿਸਟ੍ਰੀਬਿਊਟਡ ਅਮੰਗ ਵੇਰੀਅਸ ਸਕੀਮਸ ਦੈਟ ਬੈਨੀਫਿਟ ਆਫ ਲਾਸਟ ਰੁਪੀ ਸਪੈਂਟ ਔਨ ਐਵਰੀ ਸਕੀਮ ਸ਼ੁੱਡ ਬੀ ਇਕੁਅਲ। ਤਾਂ ਅਸੀਂ ਕਈ ਸਾਰੀਆਂ ਸਕੀਮਾਂ ਜਿਹੜੀਆਂ ਹੁੰਦੀਆਂ ਸਰਕਾਰ ਦੀਆਂ, ਉਹਦੇ ਤੇ ਸਰਕਾਰ ਪੈਸੇ ਖਰਚ ਕਰਦੀ ਹੈ। ਸਕੀਮਾਂ 'ਚ ਕਿਹਨੇ ਸਕੂਲ ਬਣਾਉਂਦੀ ਹੈ, ਬੁਢਾਪਾ ਪੈਨਸ਼ਨ ਹੈ, ਫੀਸਾਂ ਮਾਫ ਕਰਦੀ ਹੈ, ਸੜਕਾਂ ਬਣਾਉਂਦੀ ਹੈ। ਠੀਕ ਹੈ, ਅਲੱਗ-ਅਲੱਗ ਸਕੀਮਾਂ ਤੇ ਸਰਕਾਰ ਨੇ ਕੀ ਕਰਨਾ, ਖਰਚ ਕਰਨਾ। ਅਸੀਂ B1 'ਚ ਪੜ੍ਹਿਆ ਸੀਗਾ ਸਮਸਮਾਨਤ ਤੁਸ਼ਟੀਗੁਣ ਦਾ ਨਿਯਮ, ਕੀਤਾ ਸੀ ਨਾ, ਲਾਅ ਆਫ ਇਕੁਅਲ ਮਾਰਜਨਲ ਯੂਟਿਲਿਟੀ। ਉਹਦੇ ਵਿੱਚ ਵੀ ਅਸੀਂ ਇਹੀ ਦੇਖਿਆ ਸੀ ਕਿ ਜਿਹੜਾ ਰੁਪਈਆ ਹੈ, ਜਿਹੜੇ ਵੀ ਸਾਡੇ ਕੋਲੇ ਜੇ 5 ਰੁਪਈਏ ਆਮਦਨ ਹੈ ਤਾਂ ਅਸੀਂ 2 ਗੁੱਡਸ ਜਿਹੜੀਆਂ ਹੈਗੀਆਂ, ਜੇ ਉਹ ਅਸੀਂ ਬਾਈ ਕਰ ਰਹੇ ਹਾਂ ਤਾਂ ਅਸੀਂ ਬਾਈ ਕਿਵੇਂ ਕਰਾਂਗੇ ਕਿ ਜਿਹੜੀ ਅੰਤਿਮ ਰੁਪਈਆ, ਜੇ ਅਸੀਂ ਮੰਨ ਲਓ 3 ਯੂਨਿਟਸ ਮਿਲਕ ਖਰੀਦਦੇ ਹਾਂ, ਠੀਕ ਹੈ, ਤੇ 2 ਯੂਨਿਟਸ ਐਪਲ ਖਰੀਦਦੇ ਹਾਂ, ਤਾਂ ਜਿਹੜਾ ਲਾਸਟ ਰੁਪਈ ਅਸੀਂ ਸਪੈਂਡ ਕਰਾਂਗੇ ਮਿਲਕ ਤੇ ਜਾਂ ਐਪਲ ਤੇ, ਉਹਦੇ ਤੋਂ ਮਿਲਣ ਵਾਲੀ ਜਿਹੜੀ ਸਮਾਨ ਤੁਸ਼ਟੀਗੁਣ ਹੋਊਗਾ ਉਹ ਕੀ ਹੋਊਗਾ, ਇਕੁਅਲ ਹੋਊਗਾ।
ਉਸੇ ਤਰ੍ਹਾਂ ਹੀ ਉਹੀ ਲਾਅ ਇੱਥੇ ਅਪਲਾਈ ਹੋ ਰਿਹਾ ਕਿ ਜਦੋਂ ਸਰਕਾਰ ਵੱਖ-ਵੱਖ ਸਕੀਮਾਂ ਤੇ ਪੈਸਾ ਖਰਚ ਕਰਦੀ ਹੈ ਤਾਂ ਹਰ ਇੱਕ ਸਕੀਮ ਤੇ ਜਿਹੜਾ ਉਹਨੇ ਲਾਸਟ ਰੁਪੀ ਖਰਚ ਕਰਨਾ ਹੈ, ਠੀਕ ਹੈ। ਲਾਸਟ ਰੁਪੀਸ ਜਿਹੜੇ ਉਹਨੇ ਖਰਚ ਕਰਨੇ ਹੈ ਹਰ ਇੱਕ ਸਕੀਮ ਤੇ, ਉਹਨਾਂ ਤੋਂ ਮਿਲਣ ਵਾਲਾ ਸਮਾਜਿਕ ਲਾਭ ਕੀ ਹੋਣਾ ਚਾਹੀਦਾ ਹੈ? ਇਕੁਅਲ ਹੋਣਾ ਚਾਹੀਦਾ ਹੈ, ਬਰਾਬਰ ਹੋਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਤੀਜੇ ਨੰਬਰ ਤੇ ਹੈ ਟੈਕਸਿੰਗ ਸ਼ੁੱਡ ਬੀ ਲਿਵਡ ਔਨ ਡਿਫਰੈਂਟ ਡਾਇਰੈਕਸ਼ਨਸ ਸੱਚ ਦੈਟ ਸੈਕਰੀਫਾਈਸ ਦ ਡਿਸਯੂਟਿਲਿਟੀ ਫਰਮ ਲਾਸਟ ਰੁਪੀ ਕਲੈਕਟਡ ਫਰਮ ਐਵਰੀ ਡਾਇਰੈਕਸ਼ਨ ਸ਼ੁੱਡ ਬੀ ਇਕੁਅਲ। ਤਾਂ ਤੀਜੇ ਨੰਬਰ ਤੇ ਫਿਰ ਕੀ ਆ ਗਿਆ? ਸਰਕਾਰ ਕੀ ਕਰਦੀ ਹੈ? ਖਰਚ ਕਰਦੀ ਹੈ, ਉਸੇ ਤਰ੍ਹਾਂ ਸਰਕਾਰ ਟੈਕਸ ਕਲੈਕਟ ਕਰਦੀ ਹੈ ਤੇ ਟੈਕਸ ਦੇ ਵੀ ਸਰਕਾਰ ਕੋਲੇ ਕੀ ਹੁੰਦੇ ਆ? ਵੱਖ-ਵੱਖ ਸਾਧਨ ਹੁੰਦੇ ਆ, ਠੀਕ ਹੈ। ਅਲੱਗ-ਅਲੱਗ ਲੋਕ ਹੁੰਦੇ ਆ ਜਾਂ ਪੀਪਲ, ਡਿਫਰੈਂਟ ਪੀਪਲ ਤੇ ਵੀ ਕੀ ਕਰਦੀ ਹੈ ਸਰਕਾਰ? ਟੈਕਸ ਲਗਾਉਂਦੀ ਹੈ, ਠੀਕ ਹੈ। ਤਾਂ ਇਹ ਸਾਰੇ ਲੋਕ ਕੀ ਕਰਦੇ ਆ ਫਿਰ ਜਦੋਂ ਟੈਕਸ ਲੱਗਦਾ ਤਾਂ ਇੱਕ ਕੀ ਕੀਤਾ ਜਾਂਦਾ? ਤਿਆਗ ਕੀਤਾ ਜਾਂਦਾ ਇਹਨਾਂ ਵੱਲੋਂ ਜਾਂ ਇਹਨਾਂ ਵੱਲੋਂ ਸੈਕਰੀਫਾਈਸ ਕੀਤਾ ਜਾਂਦਾ, ਠੀਕ ਹੈ। ਤਾਂ ਜਿਹੜਾ ਇਹ ਸੈਕਰੀਫਾਈਸ ਹੈ ਜਾਂ ਜਿਹੜਾ ਇਹ ਤਿਆਗ ਹੈ, ਜਿਹੜਾ ਲਾਸਟ ਰੁਪੀਸ ਇੱਥੇ ਵੀ ਉਹੀ ਅੰਦਰ ਜਿਹੜਾ ਆਖਰੀ ਰੁਪਈਆ ਸਰਕਾਰ ਨੇ ਕਲੈਕਟ ਕਰਨਾ ਹਰ ਇੱਕ ਇੰਡੀਵਿਜੂਅਲ ਤੋਂ, ਤਾਂ ਹਰ ਇੱਕ ਇੰਡੀਵਿਜੂਅਲ ਦਾ ਜਾਂ ਹਰ ਇੱਕ ਪਰਸਨ ਦਾ ਕੀ ਹੋਣਾ ਚਾਹੀਦਾ? ਜਿਹੜਾ ਇਹ ਸੈਕਰੀਫਾਈਸ ਹੈ ਇਹ ਬਰਾਬਰ ਹੋਣਾ ਚਾਹੀਦਾ, ਠੀਕ ਹੈ। 3 ਕੰਡੀਸ਼ਨਸ ਹੈ ਆਪਣੇ ਕੋਲੇ, ਠੀਕ। ਇਹਨਾਂ ਕੰਡੀਸ਼ਨਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੀ ਹੈ ਐਕਸਪਲੇਨੇਸ਼ਨ। ਹੁਣ ਇਹ ਜਿਹੜੀ ਐਕਸਪਲੇਨੇਸ਼ਨ ਹੈ, ਹਾਂਜੀ ਅਸੀਂ ਐਕਸਪਲੇਨੇਸ਼ਨ ਕਰ ਰਹੇ ਹਾਂ। ਐਕਸਪਲੇਨੇਸ਼ਨ ਅਸੀਂ 2 ਚੀਜ਼ਾਂ ਦੇਖਣੀਆਂ, ਮਾਰਜਨਲ ਸੋਸ਼ਲ ਸੈਕਰੀਫਾਈਸ ਤੇ ਮਾਰਜਨਲ ਸੋਸ਼ਲ ਬੈਨੀਫਿਟ। ਸਮਾਜਿਕ ਤਿਆਗ, ਸਮਾਜਿਕ ਲਾਭ, 2 ਪੁਆਇੰਟ ਹੈ, ਠੀਕ ਹੈ। ਤਾਂ ਮੈਕਸਿਮਮ ਆਪਾਂ ਨੂੰ ਬੈਨੀਫਿਟ ਜਾਂ ਮੈਕਸਿਮਮ ਸੰਤੁਸ਼ਟੀ ਕਦੋਂ ਹੋਣੀ ਹੈ? ਜਦੋਂ ਇਹ ਦੋਵੇਂ ਕੀ ਹੋਣਗੇ? ਬਰਾਬਰ ਹੋਣਗੇ, ਠੀਕ ਹੈ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਅਸੀਂ ਜਦੋਂ ਵੀ ਸਰਵਜਨਿਕ ਵਿੱਤ ਦੀ ਕੋਈ ਵੀ ਕਿਰਿਆ ਕਰਦੇ ਹਾਂ, ਠੀਕ ਹੈ, ਜਾਂ ਕੋਈ ਵੀ ਕੰਮ ਕਰਦੇ ਆ ਸਰਵਜਨਿਕ ਵਿੱਤ ਦੇ ਅਧੀਨ, ਤਾਂ ਉੱਥੇ ਕੀ ਹੁੰਦਾ? ਟ੍ਰਾਂਸਫਰ ਆਫ ਵੈਲਥ ਹੁੰਦੀ ਹੈ। ਟ੍ਰਾਂਸਫਰ ਆਫ ਵੈਲਥ ਜਾਂ ਹਸਤਾਂਤਰਣ, ਧਨ ਦਾ ਹਸਤਾਂਤਰਣ ਹੁੰਦਾ ਹੈ। ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਕੀ ਕੀਤਾ ਜਾਂਦਾ ਹੈ? ਹਸਤਾਂਤਰਣ ਤੋਂ ਜਾਂ ਟ੍ਰਾਂਸਫਰ ਤੋਂ ਹੀ ਭਾਵ ਹੈ ਨਾ ਕਿ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਕੀ ਕੀਤਾ ਜਾਂਦਾ ਹੈਗਾ? ਟ੍ਰਾਂਸਫਰ ਕੀਤਾ ਜਾਂਦਾ ਹੈ ਜਾਂ ਧਨ ਦਿੱਤਾ ਜਾਂਦਾ ਹੈ ਇੱਕ ਤੋਂ ਦੂਸਰੇ ਨੂੰ। ਇਹ ਕਿਵੇਂ ਹੁੰਦਾ ਹੈ? ਸਰਕਾਰ ਕੀ ਕਰਦੀ ਹੈ? ਟੈਕਸ ਕਲੈਕਟ ਕਰਦੀ ਹੈ। ਕਿਹਦੇ ਤੋਂ ਕਰਦੀ ਹੈ? ਲੋਕਾਂ ਤੋਂ ਹੀ ਕਰਦੀ ਹੈ ਨਾ। ਕੁਝ ਲੋਕਾਂ ਤੋਂ ਧਨ ਇਕੱਠਾ ਕਰਕੇ ਫਿਰ ਉਹ ਕੀ ਕਰਦੀ ਹੈ? ਐਕਸਪੈਂਡੀਚਰ ਜਾਂ ਖਰਚ ਕਰਦੀ ਹੈ ਤੇ ਫਿਰ ਕੀ ਕਰਦੀ ਹੈ? ਹੋਰ ਲੋਕਾਂ ਤੇ ਸਪੈਂਡ ਕਰ ਦਿੰਦੀ ਹੈ। ਜਾਂ ਕੀ ਹੈ? ਜਿਹੜੇ ਲੋਕ ਟੈਕਸ ਦੇਣ ਯੋਗ ਹਨ ਉਹਨਾਂ ਤੋਂ ਲੈ ਕੇ ਜਿਹੜੇ ਲੋਕਾਂ ਨੂੰ ਲੋੜ ਹੈ ਉੱਥੇ ਉਹ ਕੀ ਕਰਦੀ ਹੈ? ਟ੍ਰਾਂਸਫਰ ਕਰ ਦਿੰਦੀ ਹੈ। ਤਾਂ ਕਿਉਂਕਿ ਜਿਹੜਾ ਟੈਕਸ ਹੈ ਇਹ ਲੋਕਾਂ ਤੋਂ ਲਿਆ ਜਾਂਦਾ ਹੈ ਤੇ ਉਹਦੇ ਬਦਲੇ ਵਿੱਚ ਸਰਕਾਰ ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦੀ ਗਾਰੰਟੀ ਨਹੀਂ ਦਿੰਦੀ, ਤਾਂ ਉਹਨਾਂ ਦੀ ਹਾਰਡ ਜਿਹੜੀ ਅਰਨ ਇਨਕਮ ਹੈ ਉਹਦੇ ਚੋਂ ਉਹ ਆਪਦਾ ਟੈਕਸ ਕੀ ਕਰਦੇ? ਪੇ ਕਰਦੇ ਆ। ਤੇ ਜੇ ਉਹਨਾਂ ਨੂੰ ਉਹਦੇ ਬਦਲੇ ਕੋਈ ਵਸਤੂ ਨਹੀਂ ਮਿਲ ਰਹੀ ਡਾਇਰੈਕਟਲੀ, ਇਨਡਾਇਰੈਕਟਲੀ ਹੋ ਸਕਦਾ ਉਹਨਾਂ ਨੂੰ ਕੋਈ ਬੈਨੀਫਿਟ ਮਿਲੇ, ਪਰ ਡਾਇਰੈਕਟਲੀ ਉਹਨਾਂ ਨੂੰ ਕੋਈ ਜੇ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਜੇ ਉਹ ਟੈਕਸ ਪੇ ਕਰ ਰਹੇ ਆ ਤਾਂ ਉਹਨਾਂ ਨੂੰ ਫਿਰ ਕੀ ਲੱਗਦਾ? ਉਹ ਪੀੜ ਦਿੰਦਾ, ਤਕਲੀਫ ਦਿੰਦਾ, ਉਹ ਕੋਈ ਤਿਆਗ ਕਰ ਰਹੇ ਆ ਜਾਂ ਇੱਕ ਸੈਕਰੀਫਾਈਸ ਕਰ ਰਹੇ ਆ। ਤੇ ਜਿਹੜਾ ਉਹ ਸੈਕਰੀਫਾਈਸ ਕਰ ਰਹੇ ਆ ਉਹਨੂੰ ਬੋਲਦੇ ਆ ਸੋਸ਼ਲ ਸੈਕਰੀਫਾਈਸ ਜਾਂ ਸਮਾਜਿਕ ਤਿਆਗ। ਇਹ ਟੈਕਸ ਕਲੈਕਟ ਕੀਤਾ ਜਦੋਂ ਸਰਕਾਰ ਖਰਚ ਕਰੂਗੀ ਤਾਂ ਲੋਕਾਂ ਨੂੰ ਕੀ ਮਿਲੂਗਾ? ਲਾਭ ਹੋਊਗਾ ਨਾ। ਜੇ ਹੁਣ ਸੜਕਾਂ ਬਣਾਉਗੀ ਤਾਂ ਉਹਦਾ ਵੀ ਲੋਕਾਂ ਨੂੰ ਲਾਭ ਹੈ। ਜੇ ਕੋਈ ਕਾਲਜ ਬਣਾ ਰਹੀ ਹੈ, ਫੀਸਾਂ ਮਾਫ ਕਰ ਰਹੀ ਹੈ, ਬੁਢਾਪਾ ਪੈਨਸ਼ਨ ਦੇ ਰਹੀ ਹੈ, ਤਾਂ ਉਹ ਸਾਰਾ ਕੀ ਹੈ? ਲੋਕਾਂ ਨੂੰ ਲਾਭ ਹੋਣਾ ਹੈ। ਉਸ ਲਾਭ ਨੂੰ ਬੋਲਦੇ ਆ ਸੋਸ਼ਲ ਸੈਟੀਸਫੈਕਸ਼ਨ ਜਾਂ ਸਮਾਜਿਕ ਸੰਤੁਸ਼ਟੀ। ਤਾਂ ਫਿਰ ਇੱਥੇ ਕੀ ਹੈ ਕਿ ਸਰਕਾਰ ਨੇ ਦੋਨੇ ਕੰਮ ਕਰਨੇ, ਟੈਕਸ ਵੀ ਸਰਕਾਰ ਨੂੰ ਲਾਉਣਾ ਪੈਣਾ ਤੇ ਖਰਚਾ ਵੀ ਸਰਕਾਰ ਨੇ ਕਰਨਾ ਹੈ। ਤਾਂ ਸਰਕਾਰ ਨੂੰ ਇਹਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਜ਼ਰੂਰੀ ਹੈ। ਬੈਲੈਂਸ ਬਿਟਵੀਨ ਰੈਵਨਿਊ ਐਂਡ ਐਕਸਪੈਂਡੀਚਰ, ਆਮਦਨ ਅਤੇ ਖਰਚ ਦੇ ਵਿੱਚ ਬੈਲੈਂਸ।
ਕਿਵੇਂ ਬੈਲੈਂਸ ਕਿਵੇਂ ਬਣਾਉਣਾ ਹੈ? ਇਸ ਤਰੀਕੇ ਨਾਲ ਬਣਾਉਣਾ ਹੈ ਕਿ ਲੋਕਾਂ ਨੂੰ ਮੈਕਸਿਮਮ ਸੈਟੀਸਫੈਕਸ਼ਨ ਪ੍ਰਾਪਤ ਹੋ ਸਕੇ ਜਾਂ ਅਧਿਕਤਮ ਸੰਤੁਸ਼ਟੀ ਕੀ ਹੈ ਉਹਨਾਂ ਨੂੰ ਪ੍ਰਾਪਤ ਹੋ ਸਕੇ। ਤਾਂ ਇਹ ਜਿਹੜਾ क्रिया है मैक्सिमम सैटिस्फैक्शन ਤੇ ਪਹੁੰਚਣ ਦੀ, ਤਾਂ ਇਹ ਅੱਗੋਂ ਦੋ ਜਿਹੜੇ ਆਪਣੇ ਕੋਲੇ ਲਾਅ ਹੈ ਇਹਨਾਂ ਤੇ ਬੇਸਡ। ਪਹਿਲਾ ਹੈ ਜੀ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ, ਘਟਦੀ ਸੀਮਾਂਤ ਉਪਯੋਗਿਤਾ ਜਾਂ ਘਟਦਾ ਸੀਮਾਂਤ ਤੁਸ਼ਟੀ ਗੁਣ। ਆਪਾਂ ਪਹਿਲਾਂ B1 ਚ ਕੀਤਾ ਹੋਇਆ। ਇਹਦੇ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਕੋਈ ਵਸਤੂ ਸਾਡੇ ਕੋਲੇ ਵੱਧਦੀ ਹੈ ਤੇ ਉਹਦੇ ਤੋਂ ਮਿਲਣ ਵਾਲੀ ਜਿਹੜੀ ਸੰਤੁਸ਼ਟੀ ਹੈ ਉਹ ਕੀ ਹੈ, ਘਟਦੀ ਜਾਂਦੀ ਹੈ। दूसरा है इक्वल मार्जिनल यूटिलिटी, सम समांत उपयोगिता ਜਾਂ इक्वल सम समांत तुष्टि गुण ਜਿਹੜਾ ਹੈ ਉਹ ਹੈ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਅਸੀਂ ਲਾਸਟ ਯੂਨਿਟ ਹੈ, ਲਾਸਟ ਰੂਪੀ ਜਿਹੜਾ ਅਸੀਂ ਲਾਸਟ ਯੂਨਿਟ ਤੇ ਵੱਖ-ਵੱਖ ਜਿਹੜੇ क्रिया ਕਰਨੀ ਹੈ ਉਹਨਾਂ ਦੇ ਲਾਸਟ ਯੂਨਿਟ ਤੇ ਜਿਹੜਾ ਖਰਚ ਕਰਨਾ ਹੈ ਉਹ ਤੋਂ ਮਿਲਣ ਵਾਲੀ ਜਿਹੜੀ ਸੰਤੁਸ਼ਟੀ ਹੈ ਜਾਂ ਉਪਯੋਗਤਾ ਹੈ ਉਹ ਕੀ ਹੋਣੀ ਚਾਹੀਦੀ ਹੈ, ਇਕੁਅਲ ਹੋਣੀ ਚਾਹੀਦੀ ਹੈ। ਠੀਕ ਹੈ, ਇਹ ਦੋਵੇਂ ਲਾਅ ਇੱਥੇ ਕੀ ਕਰਨਗੇ, ਅਪਲਾਈ ਹੋਣਗੇ। ਤੇ ਅਸੀਂ ਮੈਕਸਿਮਮ ਸੋਸ਼ਲ ਐਡਵਾਂਟੇਜ ਹੈ ਜਾਂ ਅਧਿਕਤਮ ਸਮਾਜਿਕ ਲਾਭ ਹੈ ਉਹ ਸਾਨੂੰ ਪ੍ਰਾਪਤ ਕਦੋਂ ਹੋਣਾ, ਜਦੋਂ ਮਾਰਜਨਲ ਸੋਸ਼ਲ ਸੈਕਰੀਫਾਈਸ ਇਜ਼ ਇਕੁਅਲ ਟੂ ਮਾਰਜਨਲ ਸੋਸ਼ਲ ਬੈਨੀਫਿਟ। ਉਸ ਪੁਆਇੰਟ ਤੇ ਸਾਨੂੰ ਜਾ ਕੇ ਕੀ ਹੋਣਾ, ਮੈਕਸਿਮਮ ਲਾਭ ਹੋਣਾ। ਇਹਨੂੰ ਅਸੀਂ ਕੀ ਕਰਾਂਗੇ, ਦੋ ਜਿਹੜੇ ਹੈ ਸਾਡੇ ਡਾਇਗਰਾਮਸ ਹੈ ਉਹਨਾਂ ਦੀ ਹੈਲਪ ਨਾਲ ਅਸੀਂ ਐਕਸਪਲੇਨ ਕਰਾਂਗੇ। ਆਪਾਂ ਜਿਹੜੇ ਡਾਇਗਰਾਮ ਹੈ ਉਹ ਇਹੀ ਡਰਾ ਕਰਨੇ ਹੈ। ਇੱਕ ਤਾਂ ਜਿਹੜਾ ਹੈ ਸੈਕਰੀਫਾਈਸ ਵਾਲਾ ਤੇ ਦੂਸਰਾ ਹੈ ਆਪਣੇ ਕੋਲੇ ਬੈਨੀਫਿਟਸ ਵਾਲਾ। ਆਪਣੇ ਕੋਲੇ ਕੰਡੀਸ਼ਨ ਇੱਥੇ ਕੀ ਹੈ, ਮਾਰਜਨਲ ਸੋਸ਼ਲ ਸੈਕਰੀਫਾਈਸ ਇਜ਼ ਇਕੁਅਲ ਟੂ ਮਾਰਜਨਲ ਸੋਸ਼ਲ ਬੈਨੀਫਿਟ। ਸਮਾਂਤ ਸਮਾਜਿਕ ਤਿਆਗ ਤੇ ਸਮਾਂਤ ਸਮਾਜਿਕ ਲਾਭ, ਇਹ ਦੋਨੇ ਕੀ ਹੋਣੇ ਚਾਹੀਦੇ ਆ, ਬਰਾਬਰ ਹੋਣੇ ਚਾਹੀਦੇ ਆ। ਤਾਂ ਪਹਿਲਾਂ ਆਪਣੇ ਕੋਲੇ ਹੈ ਮਾਰਜਨਲ ਸੋਸ਼ਲ ਸੈਕਰੀਫਾਈਸ। ਮਾਰਜਨਲ ਸੋਸ਼ਲ ਸੈਕਰੀਫਾਈਸ, ਠੀਕ ਹੈ, ਜਾਂ ਜਿਹੜਾ ਤੁਸੀਂ ਲਿਖਦੇ ਹੋ ਸੀਮਾਂਤ ਸਮਾਜਿਕ ਲਾਭ, ਸੀਮਾਂਤ ਸਮਾਜਿਕ ਲਾਭ, ठीक है, ਸਮਾਂਤ ਸਮਾਜਿਕ ਲਾਭ। ठीक है, ਇਹ ਆਪਾਂ ਫਿਰ ਡਰਾ ਕਿਵੇਂ ਕਰਨਾ ਹੈ, ਉਹ ਕੀ ਹੈ ਕਿ ਜਦੋਂ ਕਰ ਲਗਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਕਰ ਦੇਣ ਲਈ ਆਪਣੀ ਮੁਦਰਾ ਰਾਸ਼ੀ ਨੂੰ ਛੱਡਣਾ ਪੈਂਦਾ ਹੈ। ਜਦੋਂ ਵੀ ਟੈਕਸ ਲੱਗਦਾ ਹੈ ਤਾਂ ਲੋਕ ਕੀ ਲੀਵ ਕਰਦੇ ਆ, ਜਿਹੜੀ ਉਹਨਾਂ ਦੀ ਮੋਨੇਟਰੀ ਇਨਕਮ ਹੈ, ਮੋਨੇਟਰੀ ਇਨਕਮ ਦਾ ਤਿਆਗ ਕਰਨਾ ਪੈਂਦਾ ਹੈ। ਠੀਕ ਹੈ, ਮੁਦਰਾ ਜਿਹੜੀ ਉਹਨਾਂ ਕੋਲ ਹੈ ਉਹਦਾ ਉਹਨਾਂ ਨੂੰ ਤਿਆਗ ਕਰਨਾ ਪੈਂਦਾ ਹੈ ਜਾਂ ਤਿਆਗਣਾ ਪੈਂਦਾ ਹੈ। ਇਸ ਮੁਦਰਿਕ ਤਿਆਗ ਦਾ ਕਾਰਨ ਬਣਦਾ ਹੈ ਮੁਦਰਾ ਦੀ ਹਾਨੀ ਦੇ ਫਲਸਰੂਪ ਖਰੀਦ ਸ਼ਕਤੀ ਅਤੇ ਉਪਭੋਗ ਪੱਧਰ ਘਟਦਾ ਹੈ। ਜਦੋਂ ਇਹ ਮੋਨੇਟਰੀ ਇਨਕਮ ਹੈ ਜਿਹੜੀ ਉਹਨਾਂ ਨੇ ਗਵਰਨਮੈਂਟ ਨੂੰ ਦੇਤੀ ਤਾਂ ਉਹਨਾਂ ਦੀ ਫਿਰ ਪਰਚੇਜ਼ਿੰਗ ਪਾਵਰ ਘਟ ਜੂਗੀ, ਖਰੀਦ ਸ਼ਕਤੀ। ਠੀਕ ਹੈ, ਜੋ ਉਹਨਾਂ ਨੇ ਵਸਤੂਆਂ ਖਰੀਦਣੀਆਂ ਹੈਗੀਆਂ ਉਹ ਖਰੀਦਣ ਵਾਸਤੇ ਪੈਸੇ ਕੋਲੇ ਕੀ ਰਹਿ ਜਾਣਗੇ, ਘਟ ਰਹਿ ਜਾਣਗੇ। ਤਾਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਨੇ ਕੀ ਕਰਨਾ, ਘਟ ਜਾਣਾ। ਠੀਕ ਹੈ, ਤਾਂ ਇੱਥੇ ਫਿਰ ਉਹ ਕੀ ਕਹਿੰਦੇ ਆ ਕਿ ਮੁਦਰਾ ਦੀ ਸਮਾਂਤ ਉਪਯੋਗਤਾ ਵੱਧਦੀ ਹੈ। ਅੱਛਾ, ਜਿਵੇਂ ਜਿਵੇਂ ਆਪਾਂ ਅੱਗੇ ਪਹਿਲਾਂ ਵੀ ਕੀਤਾ ਸੀ ਕਿ ਜਦੋਂ ਆਪਣੇ ਕੋਲੇ ਮਨੀ ਘਟਦੀ ਹੈ ਤਾਂ ਉਹਦੇ ਤੋਂ ਮਿਲਣ ਵਾਲੀ ਮਾਰਜਨਲ ਜਿਹੜੀ ਉਹ ਹੈਗੀ ਹੈ ਯੂਟਿਲਿਟੀ, ਠੀਕ ਹੈ, ਜਿਹੜੀ ਮਾਰਜਨਲ ਯੂਟਿਲਿਟੀ ਆ ਉਹ ਇਨਕਰੀਜ਼ ਹੋਊਗੀ। ਮਾਰਜਨਲ ਯੂਟਿਲਿਟੀ ਘਟਣ ਦੇ ਨਾਲ ਲੋਕਾਂ ਦੀ ਮੁਦਰਾ ਦੀ ਸਮਾਂਤ ਉਪਯੋਗਤਾ ਵੱਧਦੀ ਹੈ, ਭਾਵ ਹਰੇਕ ਵਾਧੂ ਕਰ ਪਿੱਛੇ ਲੱਗੇ ਕਰ ਦੀ ਤੁਲਨਾ ਵਿੱਚ ਸਮਾਜ ਉੱਤੇ ਅਧਿਕ ਬੋਝ ਪੈਂਦਾ ਹੈ। ਠੀਕ ਹੈ, ਤਾਂ ਜਿਵੇਂ ਜਿਵੇਂ ਟੈਕਸ ਵਧੀ ਜਾਊਗਾ ਉਵੇਂ ਉਵੇਂ ਜਿਹੜਾ ਲੋਡ ਹੈ ਲੋਕਾਂ ਤੇ ਉਹਨੇ ਕੀ ਕਰਨਾ, ਉਹਨੇ ਵੀ ਇਨਕਰੀਜ਼ ਹੋਈ ਜਾਣਾ। ਠੀਕ ਹੈ, ਤਾਂ ਇਸੇ ਕਰਕੇ ਫਿਰ ਆਪਣੇ ਕੋਲੇ ਕੀ ਹੈ, ਦੂਜੇ ਸ਼ਬਦਾਂ ਵਿੱਚ ਸਮਾਂਤ ਸਮਾਜਿਕ ਤਿਆਗ ਵਿੱਚ ਵਾਧਾ ਹੁੰਦਾ ਹੈ। ਜਿਵੇਂ ਜਿਵੇਂ ਅਮਾਉਂਟ ਆਫ ਟੈਕਸ ਵੱਧਦਾ ਹੈ ਉਵੇਂ ਉਵੇਂ ਤਿਆਗ ਹੈ ਜਿਹੜਾ ਉਹ ਕੀ ਹੈ, ਇਨਕਰੀਜ਼ ਹੁੰਦਾ ਹੈ। ਠੀਕ ਹੈ, ਉਹ ਕਿਵੇਂ ਇਨਕਰੀਜ਼ ਹੁੰਦਾ, ਆਪਾਂ ਡਾਇਗਰਾਮ ਡਰਾ ਕਰਦੇ ਹਾਂ। ਆਪਾਂ ਕੀ ਕਰਨਾ ਹੈ, ਪ੍ਰੋਪਰ ਡਾਇਗਰਾਮ ਮੈਂ ਹਮੇਸ਼ਾ ਦੱਸਦੀ ਹਾਂ ਕਿ ਲੇਬਲ ਕਰੋ ਆਪਦਾ
ये अपना एक्स एक्सिस, ये वाई एक्सिस, ते ये अपने को आ गया ओरिजिन। ठीक है, नीचे तुसी लेना है अमाउंट ऑफ टैक्स। डायग्राम ਤੁਹਾਨੂੰ पेपर च भी याद रहे, ये वास्ते है कि डायग्राम ਨੂੰ आपदे हथ नाल 2-3 बार ड्रॉ जरूर करो। उस तो बाद अपने को आ जाता है जी मार्जिनल, इधर लेना है सोशल सैक्रीफाइस। तो जिवें जिवें जिहड़ा है अपने को टैक्स ने वधना है, उवें उवें मार्जिनल सोशल सैक्रीफाइस ने की होना है, इंक्रीज होना है। ठीक है, ये अपने को बन गई मार्जिनल सोशल सैक्रीफाइस करो। ठीक है, तो M1, ठीक है, ते ये है N ते ये है N1। जिवें जिवें अमाउंट ऑफ टैक्स वधनी है उवें उवें उन्हां नूं त्याग दी जिहड़ी है, त्याग उन्हां दा मार्जिनल सोशल सैक्रीफाइस वो वधी जाना। ठीक है, दूजा है डिमिनिशिंग मार्जिनल, अपने को आ जाता है डिमिनिशिंग मार्जिनल सोशल बेनिफिट। ठीक है, दूसरा पॉइंट है डिमिनिशिंग मार्जिनल सोशल बेनिफिट। जो डिमिनिशिंग मार्जिनल सोशल बेनिफिट है उहदे विच इत्थे लिख लो डिमिनिशिंग मार्जिनल सोशल बेनिफिट। सोशल बेनिफिट जहाँ की है घटदे सीमांत समाजिक लाभ। जदों सरकार सार्वजनिक खर्च करती है तो समाज नूं अधिक उपयोगिता ते लाभ प्राप्त होता है। जिवें जिवें सरकार खर्च करी जाऊगी उवें उवें समाज नूं की होना है, वध लाभ प्राप्त होई जाना है। पर जिवें जिवें वो जिहड़ा लाभ उन्हां कोले स्टॉक लाभ दा जां खर्च ने वधी जाना है, उवें उवें वो अपने कोले की करूगा, घटूगा मार्जिनल सोशल बेनिफिट। जिहदा स्टॉक जिवें जिवें वधूगा ते किहड़ा लागू हुंदा है, डिमिनिशिंग मार्जिनल सोशल बेनिफिट। जिवें जिवें एक्सपेंडिचर असीं वधाउणा है उवें उवें जिहड़ा है बेनिफिट्स हैगे आ उन्होंने की करना है, घटना। अपने को आ गए बेनिफिट्स। ठीक है, तो नीचे की है अपने को पब्लिक एक्सपेंडिचर, नाल की लवांगे टैक्स। इधर एक्स है तो इत्थे अपने को वाई है। जिवें जिवें पब्लिक एक्सपेंडिचर ते खर्चा वधी जाऊगा उवें उवें उन तो मिलने वाला लाभ ने की करना है, घटना है। ठीक है, तो फिर साडा इक्विलिब्रियम कित्थे होगा, साडा इक्विलिब्रियम उस पॉइंट ते होगा जिथे ये दोनों की होंगे, बराबर होंगे। ਉਹਦੇ ਵਾਸਤੇ ਅਸੀਂ ਜਿਹੜਾ ਡਾਇਗਰਾਮ ਡਰਾ ਕਰਾਂਗੇ ਉਹ ਹੈ ਆਪਣੇ ਕੋਲੇ एक ही है अपने को एक्स एक्सिस, इधर अपने को है वाई एक्सिस, ये अपने को ओरिजिन है। ठीक है, नीचे असी टैक्स ते एक्सपेंडिचर लवांगे, टैक्स एंड एक्सपेंडिचर ते इधर असी की लवांगे मार्जिनल सोशल बेनिफिट ते मार्जिनल सोशल सैक्रीफाइस। ये ऑलरेडी अपन ड्रॉ कर चुके हैं कि जेड़ा मार्जिनल सोशल सैक्रीफाइस है वो अपवर्ड स्लोपिंग है वाली, जिवें जिवें टैक्स ने वधना है उवें उवें सैक्रीफाइस है जिहड़ा वो वधी जाना। ते बेनिफिट की है, जिवें जिवें अपने कोले एक्सपेंडिचर वधूगा बेनिफिट ने की करना है, ये नहीं घटी जाना। ठीक है, ये अपने कोले बन गया मार्जिनल सोशल बेनिफिट। ठीक है, तो फिर इक्विलिब्रियम पॉइंट किहड़ा है, ये वाला है। इस पॉइंट पे की है मार्जिनल सोशल सैक्रीफाइस इज इक्वल टू मार्जिनल सोशल बेनिफिट। तो ये अपना किहड़ा पॉइंट है, पॉइंट ऑफ मैक्सिमम सोशल एडवांटेज। ठीक है, तो इन्हू तुसीं अगर लेबल करते हो तो ठीक है, एक अपने को
ये अपने को है P पॉइंट, ठीक है। ये अपने को है C, ये है D, अच्छा D नीचे है, इतने है D, ठीक है। उधरले पासे अपने को A है जी B, ठीक है। हुण इत्थे अपने को की है, बेनिफिट्स ज़्यादा है तो सैक्रीफाइस घट है, इतने सैक्रीफाइस ज़्यादा है तो जे बेनिफिट घट है, तो मैक्सिमम सोशल सैटिस्फैक्शन किहड़े पॉइंट पे है, इस पॉइंट पे, ठीक है। तो ये है अपने को जिहड़ी डेल्टन की कंडीशन है, ठीक है। ये अगों उन्होंने दो कंडीशनस नाल एक्सप्लेन किया है। ये वाली कंडीशन है डेल्टन की, ये डेल्टन की कंडीशन है। डेल्टन की कहता है, डेल्टन्स कंडीशन। अकॉर्डिंग टू डेल्टन्स कंडीशन, सार्वजनिक खर्च हरेक दिशा विच इस बिंदु तक वधना चाहिए है जिसते खर्च नाल होने वाला लाभ राज राही लगाए गए करां तो पैदा होने वाली हानि के बराबर हो, ठीक है। Public expenditure in every direction should be carried out just so far that advantage to community is just counterbalanced by disadvantage of corresponding small increase in taxation। उन्नी देर ਵਧਣਾ ਚਾਹੀਦਾ ਹੈ ਜਦੋਂ ਸਾਡੇ ਜਿਹੜੇ ਸੋਸ਼ਲ ਮਾਰਜਨਲ ਸੋਸ਼ਲ ਬੈਨੀਫਿਟ ਕਿਹਦੇ ਬਰਾਬਰ ਹੁੰਦੇ, ਮਾਰਜਨਲ ਸੋਸ਼ਲ ਸੈਕਰੀਫਾਈਸ, ਠੀਕ ਹੈ। ਜਿੰਨਾ ਸਾਨੂੰ ਅਸੀਂ ਜੇ 1 ਯੂਨਿਟ ਬੈਨੀਫਿਟ ਵਧਾਉਣੇ ਆ, ਠੀਕ ਹੈ, ਤਾਂ ਸਾਡਾ ਨੁਕਸਾਨ ਵੀ ਕਿੰਨਾ ਹੋਣਾ ਚਾਹੀਦਾ, 1 ਯੂਨਿਟ ਹੀ ਹੋਣਾ ਚਾਹੀਦਾ। ਦੋਨੇ ਕੀ ਹੋਣੇ ਚਾਹੀਦੇ ਆ, ਬਰਾਬਰ ਹੋਣੇ ਚਾਹੀਦੇ ਆ, ਠੀਕ ਹੈ। ਇਹ ਹੈਗੀ ਡੈਲਟਨ ਦੀ ਕੰਡੀਸ਼ਨ। ਉਸ ਤੋਂ ਬਾਅਦ ਆਪਣੇ ਕੋਲੇ ਅੱਗੇ ਹੈਗਾ ਪਿਗੂ ਦੀ ਅਧਿਕਤਮ ਸਮਾਜਿਕ ਲਾਭ ਦੀਆਂ ਸ਼ਰਤਾਂ। ਇਹ ਡੈਲਟਨ ਦੀਆਂ ਸੀਗੀਆਂ। ਨੈਕਸਟ ਆਪਾਂ ਕਰਨੀ ਹੈ ਪਿਗੂ ਦੀਆਂ। ठीक है, तो पिगू ने जी कंडीशन दी है, उन्हें जी कंडीशन दी है वो नैट सोशल बेनिफिट पे बेस्ड बनती है। नैट सोशल बेनिफिट्स, ठीक है। वो की कहता है, पिगू के अनुसार अधिकतम समाजिक लाभ की शर्त वो स्थिति है जिस विच हरेक दिशा विच सार्वजनिक खर्च नूं इस प्रकार करना चाहिए है कि खर्च ते कीते गए आखिरी शीलिंग तो मिलने वाली संतुष्टि विच होने वाला वाधा अते सरकार दे कर दे आदि रूप विच दिते जाने वाले आखिरी शीलिंग के कारण घट होने वाली संतुष्टि की है, बराबर होवे। वही पॉइंट आ गया, मार्जिनल सोशल सैक्रीफाइस मस्ट बी इक्वल टू मार्जिनल सोशल बेनिफिट, ठीक है। जो आखिरी ਇਹਦੇ ਤੇ ਖਰਚ ਹੁੰਦੀ ਹੈ ਉਹ ਇਹਦੇ ਤੋਂ ਜਿਹੜਾ ਆਖਰੀ ਕਲੈਕਟ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਸੰਤੁਸ਼ਟੀ ਹੋਣੀ ਆ ਉਹ ਕੀ ਹੋਣੀ ਚਾਹੀਦੀ ਹੈ, ਬਰਾਬਰ ਹੋਣੀ ਚਾਹੀਦੀ ਹੈ। ਤਾਂ expenditure should be pushed in a direction up to the point at which satisfaction obtained from last shilling spent is equal to the satisfaction lost in respect of last shilling paid as a tax to the government। ਇਸ ਦੇ ਫਲਸਰੂਪ ਸ਼ੁੱਧ ਸਮਾਜਿਕ लाभ प्राप्त होगा, ठीक है। जे असी इस तरीके नाल खर्च करांगे, ठीक है, तो सानू की होगा, नैट सोशल बेनिफिट होगा जां शुद्ध समाजिक लाभ प्राप्त होगा। तो जिहड़ा शुद्ध समाजिक लाभ है वो किहदे बराबर है, अधिकतम समाजिक त्याग अते अधिकतम समाजिक लाभ दे विचकार दा अंतर है। एक किहदा अंतर है, मैक्सिमम सोशल सैक्रीफाइस, मैक्सिमम सोशल सैक्रीफाइस ते मैक्सिमम सोशल बेनिफिट्स दा की है डिफरेंस है। एक किहदे बराबर है, इन्हां दोनों का जिहड़ा डिफरेंस है वो किहदे बराबर है, नैट सोशल बेनिफिट के बराबर है, ठीक है। तो ये फिर आप जो डायग्राम है
वो किवें ड्रॉ करना है देख लो। अपने कोले हैगा जी सेम, नीचे असी एक ही है एक्स एक्सिस, ए है वाई एक्सिस, ये साडा ओरिजिन है, ठीक है। तो इधर असी की लेने हैं टैक्स एंड एक्सपेंडिचर, इधर असी लेने है बेनिफिट्स, बेनिफिट्स नहीं इधर असी लेने है मार्जिनल सोशल सैक्रीफाइस ते मार्जिनल सोशल बेनिफिट, ठीक है। आप ऑलरेडी देख चुके हैं कि जी साडी कर्व है ए वाली, ए केड़ी है मार्जिनल सोशल सैक्रीफाइस कर्व है, ठीक है। तो दूसरी ए केड़ी है मार्जिनल सोशल बेनिफिट कर्व, ए वाला की है पॉइंट ऑफ मैक्सिमम सोशल एडवांटेज, ठीक है। तो आ सारा पोर्शन की है, ये है जी नेट सोशल बेनिफिट, एक किहदे बराबर है मैक्सिमम सोशल सैक्रीफाइस, मैक्सिमम सोशल बेनिफिट ते मैक्सिमम सोशल सैक्रीफाइस दा डिफरेंस, ठीक है, दोनों का अंतर दे बराबर है। तो इनू असी अगों जिहड़ा है ये असी मार्जिनल कंडीशंस के अकॉर्डिंग कीता, मार्जिनल सोशल सैक्रीफाइस ते मार्जिनल सोशल बेनिफिट उन्हें इसे नू टोटल दे थ्रू भी किया होया एक्सप्लेन। अधिकतम समाजिक लाभ की व्याख्या कुल समाजिक त्याग अते कुल समाजिक लाभ दी धारनावां तो भी की जा सकती है। तो उहदे विच भी यही है कि दोनों का जो डिफरेंस है वो असी लवांगे, कुल समाजिक लाभ लै लांगे ते नाल की है कुल समाजिक त्याग लै लांगे। तो इहदे विच नीचे अपने कोले की आना है जो टैक्स एंड एक्सपेंडिचर है, ए जीरो आ गया, इधर ओरिजिन आ गया, इधर आ गया वाई, ठीक है। तो नीचे आप ले लेंगे टोटल सोशल सैक्रीफाइस, ये अपना है टोटल सोशल सैक्रीफाइस ते ये अपनी है टोटल सोशल जिहड़ी है बेनिफिट्स जां लाभ। तो ये आपां इत्थे टेंजेंट ड्रॉ करांगे दोनों पासे, ठीक है। तो इन्हां दा जिहड़ा आह मैक्सिमम डिफरेंस होगा दोनों का, एक मिनट, दोनों का असी मैक्सिमम डिफरेंस लेना एस पॉइंट तो इत्थे तक, ठीक है। तो जिहड़ा आ वाला क्वेश्चन होगा ये अपना की होगा नेट सोशल बेनिफिट होगा। ए की है ई है, इधर एफ है, ये दसी टेंजेंट ड्रॉ कीते हैगे, ठीक है, स्पर्श जिहड़ी वक्र तुसीं बोलदे, ठीक है। तो इहदा जिहड़ा मैक्सिमम डिफरेंस है ये पॉइंट एम है, ये अपना की है नेट सोशल बेनिफिट है, ठीक है। तो बस ये आपां इन्ना ही करना है, ठीक है। ये थोड़ा जिहड़ा क्वेश्चन हैगा वो बनता हैगा अपने कोले अधिकतम समाजिक लाभ के सिद्धांत की व्याख्या करो, ठीक है। तो ये नाल फिर इहदे विच अपने कोले इहदा महत्व हैगा ते नाल हैगा लिमिटेशंस। जिहड़ा महत्व है उहदे विच अपने कोले आ जांदा है कि सिग्निफिकेंस ऑफ प्रिंसिपल ऑफ मैक्सिमम सोशल एडवांटेज दे विच इनक्रीज इन प्रोडक्शन, उत्पादन विच वाधा। इहदे नाल अधिकतम समाजिक लाभ इस गल ते निर्भर करता है कि सार्वजनिक वित्त दा देश दे उत्पादन ते की प्रभाव पैंदा। ते जे असीं प्रॉपर तरीके नाल जे मैक्सिमम सोशल बेनिफिट होगा तो उहदे नाल प्रोडक्शन है जिहड़ी वो वधूगी, ठीक है। लोगों की परचेजिंग पावर वधूगी, उन्होंने त्याग ज़्यादा नहीं करना पऊगा, जो पैसा सरकार खर्च करूगी वो भी बहुत सही तरीके नाल करूगी, तो उहदे करके फिर उत्पादन विच वाधा होगा। इक्विटेबल डिस्ट्रीब्यूशन ऑफ इनकम होगी, लोगों विच धन की वंड है जिहड़ी वो सही तरीके नाल कीती जा सकती है। सरकार इहदे विच की करती है कि सरकार ने तो पैसों का हस्तांतरण ही करना है, तो हस्तांतरण अगर सरकार प्रॉपर तरीके नाल जिथे लोड़ है उत्थे वरतूगी, ठीक है, तो उत्थे इक्विटेबल डिस्ट्रीब्यूशन हो जूगी। राजनीतिक स्थिरता आनी है, इकनॉमिक स्टेबिलिटी आनी है, आर्थिक स्थिरता के सिट्टे वजों समाजिक कल्याण विच वाधा
होना सुभाविक है। आर्थिक स्थिरता तो भाव समाज विच आर्थिक उतराव चढ़ाव घट होणगे। इस उद्देश की पूर्ति लई सरकार की एक सही राजकोषी नीति का होना जरूरी है। फिर की है उस तो बाद जे फुल इंप्लॉयमेंट अचीव करने च भी इन्हें हैल्प करनी है। जे मैक्सिमम सोशल बेनिफिट के प्रिंसीपल ते सरकार चलूगी तो उहदे नाल फुल इंप्लॉयमेंट अचीव कर लूगी। उस तो बाद भविख का ज्ञान सरकार नूं हर एक सरकार का फर्ज है कि वह भविख विच आउण वालियां पीढ़ियां के समाजिक लाभ का भी ध्यान रखे। भाव कुदरती साधना की वरतों केवल वर्तमान में रहने वाले लोगों लिए ना की जाए, सगों उन्होंने भविख लई भी सुरक्षित रखे। तो जे भविख लई सुरक्षित रखूगी तो जे प्रॉपर मैक्सिमम सोशल बेनिफिट के प्रिंसीपल नाल चलूगी तो उत्थे फिर भविख का भी ख्याल रख के सरकार नीतियां बना सकती है। हुण अपने को नैक्सट आ जांदियां आलोचनावां, ठीक है, सीमावां जां लिमिटेशनस। ਇਹਦੇ ਵਿੱਚ ਹੈ ਸਭ ਤੋਂ ਪਹਿਲਾਂ ਤਿਆਗ ਅਤੇ ਲਾਭ ਦਾ ਮਾਪ, ਮੈਜ਼ਰਮੈਂਟ ਆਫ ਸੈਕਰੀਫਾਈਸ ਐਂਡ ਬੈਨੀਫਿਟਸ। ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਮੈਜ਼ਰ ਕਰਨਾ ਹੀ ਬੜਾ ਮੁਸ਼ਕਲ ਹੈ, ਠੀਕ ਹੈ। ਅਧਿਕਤਮ ਲਾਭ ਦਾ ਨਿਰਧਾਰਨ ਸਮਾਜਿਕ ਤਿਆਗ ਅਤੇ ਸਮਾਜਿਕ ਲਾਭ ਦਾ ਜਾਂ ਸੰਤੁਸ਼ਟੀ ਦੇ ਦੁਆਰਾ ਕੀਤਾ ਜਾਂਦਾ ਹੈ। ਤਾਂ ਇਹਨਾਂ ਦੋਨਾਂ ਨੂੰ ਪਹਿਲਾਂ ਤਾਂ ਜਿਹੜਾ ਸਮਾਜਿਕ ਲਾਭ ਹੈ ਤੇ ਤਿਆਗ ਹੈ ਇਹਨੂੰ ਮੈਜ਼ਰ ਕਰਨਾ ਹੀ ਮੁਸ਼ਕਲ ਹੈ। ਜੇ ਇਹਨੂੰ ਅਸੀਂ ਪ੍ਰੋਪਰਲੀ ਮੈਜ਼ਰ ਨਹੀਂ ਕਰਾਂਗੇ ਤਾਂ ਫਿਰ ਅੱਗੋਂ ਜਿਹੜੇ ਸਿੱਟੇ ਆ ਉਹ ਸਹੀ ਨਹੀਂ ਨਿਕਲਣਗੇ। ਭਵਿੱਖ ਵਿੱਚ ਪ੍ਰਾਪਤ ਹੋਣ ਵਾਲੇ ਲਾਭ, ਫਿਊਚਰ ਐਡਵਾਂਟੇਜਸ, ਵਿਕਾਸ ਦੀ ਯੋਜਨਾਵਾਂ ਤੇ ਕੀਤੇ ਜਾਣ ਵਾਲੇ ਖਰਚ ਤੋਂ ਭਵਿੱਖ ਵਿੱਚ ਲਾਭ ਪ੍ਰਾਪਤ ਹੁੰਦਾ ਹੈ, ਪਰ ਕਰਾਂ ਦਾ ਭਾਰ ਜਨਤਾ ਤੇ ਤੁਰੰਤ ਪੈਂਦਾ ਹੈ। ਇਸ ਤਰ੍ਹਾਂ ਭਵਿੱਖ ਦੇ ਲਾਭ ਅਤੇ ਵਰਤਮਾਨ ਤਿਆਗ ਦੇ ਆਧਾਰ ਤੇ ਅਧਿਕਤਮ ਸਮਾਜਿਕ ਲਾਭ ਦਾ ਅਨੁਮਾਨ ਲਗਾਉਣਾ ਕਠਿਨ ਹੋ ਜਾਂਦਾ ਹੈ ਕਿ ਅਸੀਂ ਜਿਹੜਾ ਖਰਚ ਹੈ ਉਹ ਤਾਂ ਅਸੀਂ ਅੱਜ ਕਰ ਰਹੇ ਹਾਂ ਤੇ ਫਾਇਦਾ ਵੀ ਅੱਜ ਹੀ ਹੋ ਰਿਹਾ। ਅੱਜ ਨਹੀਂ ਹੋ ਰਿਹਾ, ਫਾਇਦਾ ਖਰਚ ਤਾਂ ਕਦੋਂ ਹੋਣਾ, ਫਿਊਚਰ 'ਚ ਹੋਣਾ। ਜੇ ਅੱਜ ਸੜਕ ਬਣ ਰਹੀ ਹੈ ਤਾਂ ਤਿਆਰ ਹੋਣ 'ਚ ਕੋਈ ਸਾਲ 6 ਮਹੀਨੇ ਤਾਂ ਲੱਗਦਾ ਹੀ ਹੈ ਤੇ ਲੈਗ ਪੈ ਜਾਂਦਾ ਹੈ, ਪਰ ਜਿਹੜਾ ਟੈਕਸ ਹੈ ਉਹਦਾ ਬੋਝ ਉਦੋਂ ਹੀ ਪੈ ਜਾਂਦਾ, ਤਿਆਗ ਅਸੀਂ ਉਸੇ ਦਿਨ ਕਰ ਰਹੇ ਹਾਂ, ਤਾਂ ਇਹ ਫਿਰ ਥੋੜਾ ਜਿਹਾ ਕਨਫਿਊਜ਼ਿੰਗ ਹੋ ਜਾਂਦਾ। ਉਸ ਤੋਂ ਬਾਅਦ ਹੈ ਕਰ ਭਾਰ ਦਾ ਅਨੁਮਾਨ। ਇਹ ਵੀ ਮਾਪਣਾ ਬਹੁਤ ਮੁਸ਼ਕਿਲ ਹੈ। ਐਸਟੀਮੇਟ ਆਫ ਬਰਡਨ ਆਫ ਟੈਕਸ ਕਿ ਜਨਤਾ ਤੇ ਕਿੰਨਾ ਭਾਰ ਪੈ ਰਿਹਾ ਹੈ। ਪਰਸਨ ਟੂ ਪਰਸਨ ਭਾਰ ਵੇਰੀ ਕਰਦਾ ਹੈ। ਸਰਵਜਨਿਕ ਕਾਰਜ, ਪਬਲਿਕ ਡੈਟ। ਸਰਕਾਰ ਜਦੋਂ ਸਰਵਜਨਿਕ ਖਰਚ ਦੇ ਲਈ ਕਰਾਂ ਦੁਆਰਾ ਧਨ ਇਕੱਠਾ ਕਰਦੀ ਹੈ ਤਦ ਅਨਉਪਯੋਗਤਾ, ਡਿਸਯੂਟਿਲਿਟੀ ਪੈਦਾ ਹੁੰਦੀ ਹੈ, ਪਰ ਸਰਵਜਨਿਕ ਕਰਜ਼ਿਆਂ ਤੋਂ ਧਨ ਇਕੱਠਾ ਕਰਨ ਵਿੱਚ ਅਨਉਪਯੋਗਤਾ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਸਰਵਜਨਿਕ ਕਰਜ਼ਿਆਂ ਦੇ ਸੰਬੰਧ ਵਿੱਚ ਇਹ ਸਿਧਾਂਤ ਲਾਗੂ ਨਹੀਂ ਹੁੰਦਾ। ਪਬਲਿਕ ਡੈਟ ਤੇ ਲਾਗੂ ਨਹੀਂ ਹੁੰਦਾ, ਸਿਰਫ ਕਿੱਥੇ ਹੁੰਦਾ ਹੈ, ਖਰਚ ਤੇ ਕਰਾਂ ਤੇ ਹੁੰਦਾ ਹੈ। ਆਰਥਿਕ ਵਿਕਾਸ ਅਤੇ ਆਰਥਿਕ ਸਥਿਰਤਾ ਨਾਲ ਸੰਬੰਧਿਤ ਖਰਚ, एक्सपेंडिचर कंसर्निंग इकोनॉमिक डेवलपमेंट एंड इकोनॉमिक स्टेबिलिटी। आधुनिक युग में आर्थिक विकास की गति को तेज करने दे सरकार को बहुत अधिक धन खर्च करना पैंदा है। इस तरह मंदी के समय रोजगार देना, प्रभावपूर्ण मांग में वाधा करने के लिए अधिक मात्रा में खर्च करना पैंदा है। इन्हां हालातां विच खर्च करते समय सरकार इस सिद्धांत का पालन नहीं कर सकती। कर भार ते सार्वजनिक खर्च, टैक्स बर्डन एंड पब्लिक एक्सपेंडिचर। ये मानता है कि सरकार द्वारा लगाया गया हर एक कर जनता ते भार है, सही नहीं है। नशीलियां वस्तुओं ते लगाया कर जनता की सेहत लई लाभकारी हुंदा है। सॉरी। इसे तरह सार्वजनिक खर्च संबंधी हर एक फैसला आर्थिक तत्तां नूं ध्यान विच रख के नहीं कीता जा सकता। तां ये थोड़ियां जिहियां इहदियां की हैगियां सीमावां हैगियां। चैप्टर थोड़ा फिनिश है। एक चैप्टर कर लियो तुसी, क्वेश्चन बना लियो। अगला क्वेश्चन